ਵੀ ਜਦੋਂ ਕੋਈ ਪ੍ਰਵੋਕ ਕਰ ਦਿੰਦਾ ਤੁਹਾਡੇ ਕੋਲ ਤੁਸੀਂ ਆਪਣਾ ਆਪਾ ਖੋ ਦਿੰਦੇ ਹੋ, ਤੁਸੀਂ ਬੋਲ ਦਿੰਦੇ ਹੋ, ਕਿਉਂਕਿ ਕੋਈ ਵੀ ਰੱਬ ਨਹੀਂ ਹੈਗਾ। ਔਰ ਮੈਨੂੰ ਦੱਸੋ ਵੀ ਕਿਹੜਾ ਪੰਜਾਬ ਦੇ ਵਿੱਚ ਬੰਦਾ ਆ ਜਿਹਨੂੰ ਗੁੱਸਾ ਨਹੀਂ ਚੜ੍ਹਦਾ, ਔਰ ਜਿਹੜਾ ਕਿਹੜਾ ਆ ਬੰਦਾ ਜਿਹੜਾ ਗੁੱਸੇ 'ਚ ਗਾਲ ਨਹੀਂ ਕੱਢਦਾ। ਜਾਂ ਤਾਂ ਤੁਸੀਂ ਸਾਰੇ ਬੜੇ ਸੰਤੋ ਨਾ ਸ਼ੁਕਰੇ ਲੋਕ ਨੇ ਕਿ ਉਹ ਸਭ ਕੁਝ ਭੁੱਲ ਗਏ ਵੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਪੰਜਾਬੀ ਕਲਚਰ ਨੂੰ ਦਿੱਤੀ ਹੈ, ਪੰਜਾਬੀਅਤ ਨੂੰ ਰਿਪਰੈਜ਼ੈਂਟ ਕੀਤਾ ਹੈ, ਬਾਲੀਵੁੱਡ 'ਚ ਜਾ ਕੇ ਰਿਪਰੈਜ਼ੈਂਟ ਕੀਤਾ, ਹਰ ਇੱਕ ਸਟੇਟ ਦੇ ਵਿੱਚ, ਹਰ ਇੱਕ ਕੰਟਰੀ ਦੇ ਵਿੱਚ ਜਾ ਕੇ ਗੁਰਦਾਸ ਮਾਨ ਜੀ ਨੇ ਰਿਪਰੈਜ਼ੈਂਟ ਕੀਤਾ, ਪੰਜਾਬੀ ਪਹਿਰਾਵੇ ਨੂੰ ਰਿਪਰੈਜ਼ੈਂਟ ਕੀਤਾ। ਕਿਵੇਂ ਭੁੱਲ ਸਕਦੇ ਨੇ? I love my language and I love my culture. I represent ਪੰਜਾਬ। ਭਾਵੇਂ ਮੇਰਾ ਕੋਈ ਮਜ਼ਾਕ ਉਡਾਵੇ, ਭਾਵੇਂ ਕਵੇ ਹਾਂਜੀ ਜੀ ਇਹਨੂੰ ਇੰਗਲਿਸ਼ ਨਹੀਂ ਆਉਂਦੀ ਹੈ ਪੰਜਾਬੀ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਗੱਲ ਕਰਦੀ ਹਾਂ ਪੰਜਾਬੀ 'ਚ ਬਿਕਾਜ਼ ਮੈਂ ਪੰਜਾਬੀ ਹਾਂ। ਗੁਰਦਾਸ ਮਾਨ ਜੀ ਡੇਰੇ ਤੇ ਜਾਂਦੇ ਆ, ਉਸ ਨੂੰ ਲੈ ਕੇ ਵੀ ਟਰੋਲ ਹੋਇਆ। ਉਸ ਤੋਂ ਬਾਅਦ ਵੀ ਗੱਲ ਹੋਈ ਹੈ ਕਿ ਉਹ ਉੱਥੇ ਨਸ਼ੇ ਜਿਹੜੇ ਯੂਜ਼ ਕੀਤੇ ਜਾਂਦੇ ਆ ਤੇ ਨੌਜਵਾਨ ਪੀੜ੍ਹੀ ਕੀ ਸੇਧ ਲਊਗੀ। ਇਹ ਜਤਾਉਂਦੇ ਹਾਂ ਅਸੀਂ ਸਿੱਖ ਹਾਂ, ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਸਿੱਖ ਹਾਂ। ਕੀ ਗੱਲ ਆਪਾਂ ਆਪਣਾ ਅੰਮ੍ਰਿਤ ਅੰਦਰੋਂ ਛਕਿਆ ਆ? ਇਹਨਾਂ ਨੂੰ ਲੱਗਦਾ ਹੈ ਸਿਰਫ ਬਾਣਾ ਪਾਉਣ ਦੇ ਨਾਲ ਹੀ ਅੰਮ੍ਰਿਤ ਛਕਿਆ ਜਾਂਦਾ ਆ, ਰਾਈਟ? ਇਹ ਮੈਂ ਨਹੀਂ ਮੰਨਦੀ। ਮੈਂ ਮੰਨਦੀ ਹਾਂ ਅੰਦਰੋਂ ਛਕਣਾ ਚਾਹੀਦਾ ਆ। ਜੇ ਤੁਸੀਂ ਸੱਚੇ ਸਿੰਘ ਹੋ, ਸੱਚੇ ਸਿੱਖ ਹੋ, ਤੇ ਫਿਰ ਗੁਰੂ ਸਾਹਿਬ ਨੂੰ ਕਿਉਂ ਨਹੀਂ ਫੋਲੋ ਕਰਦੇ? ਤੁਸੀਂ ਉਹਨਾਂ ਨੂੰ ਫੋਲੋ ਕਰੋ ਨਾ, ਗੁਰੂ ਗ੍ਰੰਥ ਸਾਹਿਬ ਦੇ ਅਸਲੀ ਅਰਥ ਨੂੰ ਫੋਲੋ ਕਰੋ ਨਾ। ਤੁਹਾਡੇ ਵਿੱਚ ਗੁੱਸਾ ਕਿਉਂ ਆ? ਤੁਹਾਡੇ ਵਿੱਚ ਮੰਦੀ ਲੈਂਗੁਏਜ, ਗਲਤ ਲੈਂਗੁਏਜ ਕਿਉਂ ਬੋਲ ਰਹੇ ਹੋ? ਤੁਸੀਂ ਕਰੂਰਤਾ, ਨਫ਼ਰਤ ਕਿਉਂ ਫੈਲਾ ਰਹੇ ਹੋ? ਪਿਆਰ ਕਿਉਂ ਨਹੀਂ ਫੈਲਾਉਂਦੇ? ਕਿ ਇੰਡਸਟਰੀ ਨਹੀਂ ਬੋਲ ਰਹੀ? ਕਿ ਲੱਗਦਾ ਵੀ ਵਜ੍ਹਾ ਕੀ ਹੈ ਪਿੱਛੇ? ਵੇਖੋ ਜੀ, ਮੈਨੂੰ ਨਹੀਂ ਪਤਾ ਕੀ ਵਜ੍ਹਾ ਆ, ਔਰ ਮੇਰਾ ਜ਼ਮੀਰ ਜਾਗਦਾ ਆ, ਔਰ ਮੇਰੀ ਇਨਸਾਨੀਅਤ ਜਾਗਦੀ ਹੈ, ਔਰ ਮੈਂ ਸਹੀ ਲੋਕਾਂ ਦੀ ਸਪੋਰਟ ਇਸੇ ਤਰੀਕੇ ਨਾਲ ਕਰਦੀ ਰਹੂੰਗੀ। ਭਾਵੇਂ ਮੈਨੂੰ ਕੋਈ ਗਾਲਾਂ ਕੱਢੇ, ਭਾਵੇਂ ਮੈਨੂੰ ਕੋਈ ਟਰੋਲ ਕਰੇ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਮੈਂ ਜਵਾਬ ਦੇਣਾ ਹੈ ਉਸ ਅਕਾਲ ਪੁਰਖ ਨੂੰ, ਉਹ ਵਾਹਿਗੁਰੂ ਨੂੰ। ਮੈਂ ਕਿਸੇ ਨੂੰ ਜਵਾਬਦਾਇਕ ਨਹੀਂ ਹਾਂ। ਦੋਸਤੋ, ਪੰਜਾਬ ਦੇ ਵਿੱਚ ਇੱਕ ਨਵੀਂ ਚਰਚਾ ਛਿੜੀ ਆ ਗੁਰਦਾਸ ਮਾਨ ਦੇ ਗੀਤ ਨੂੰ ਲੈ ਕੇ। ਗੁਰਦਾਸ ਮਾਨ ਵੱਲੋਂ ਇੱਕ ਨਵਾਂ ਗੀਤ ਗੱਲ ਸੁਣੋ ਪੰਜਾਬੀ ਦੋਸਤੋ ਜਿਹੜਾ ਰਿਲੀਜ਼ ਕੀਤਾ ਗਿਆ। ਉਸ ਤੋਂ ਬਾਅਦ ਚਰਚਾ ਛਿੜੀ ਹੈ ਕਿ ਅੱਜ ਤੋਂ 3 ਸਾਲ ਪਹਿਲਾਂ ਗੁਰਦਾਸ ਮਾਨ ਨੇ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਹਿੰਦੀ ਸਾਡੀ ਮਾਸੀ ਹੈ, ਹਿੰਦੀ ਭਾਸ਼ਾ ਸਾਡੀ ਮਾਸੀ ਹੈ, ਪੰਜਾਬੀ ਸਾਡੀ ਮਾਂ ਬੋਲੀ ਹੈ। ਸੋ ਇਸ ਗੱਲ ਤੋਂ ਬਾਅਦ ਲਗਾਤਾਰ ਵਿਵਾਦ ਹੋਇਆ ਕਿ ਹਿੰਦੀ ਸਾਡੀ ਮਾਸੀ ਨਹੀਂ ਹੈ, ਇਹ ਕਿਉਂ ਕਹਿੰਦਾ। ਉਹਦਾ ਵਿਰੋਧ ਹੋਣਾ ਸ਼ੁਰੂ ਹੋਇਆ, ਲੋਕਾਂ ਨੇ ਤਖਤੀਆਂ ਦਿਖਾਈਆਂ ਅਤੇ ਉਸ ਤੋਂ ਬਾਅਦ ਸਟੇਜ 'ਤੇ ਪ੍ਰਵੋਕ ਹੋ ਕੇ ਗੁਰਦਾਸ ਮਾਨ ਗਾਲ ਕੱਢ ਦਿੰਦੇ ਆ। ਉਸ ਗਾਲ ਤੋਂ ਬਾਅਦ ਲਗਾਤਾਰ ਗੁਰਦਾਸ ਮਾਨ ਦਾ ਜਿਹੜਾ ਵਿਰੋਧ ਹੋ ਰਿਹਾ, ਔਰ ਅੱਜ ਉਹਨਾਂ ਨੇ ਉਸ ਵਿਰੋਧ ਦੇ ਵਿੱਚੋਂ ਇਸ ਗੀਤ ਦੇ ਰਾਹੀਂ ਆਪਣੇ ਵਿਰੋਧ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ। ਅਤੇ ਮਸਲਾ ਕੀ ਆ, ਇਹਦੇ 'ਤੇ ਬਹੁਤ ਅਲੱਗ-ਅਲੱਗ ਵਿਚਾਰਾਂ ਚੱਲ ਰਹੀਆਂ ਨੇ। ਕੁਛ ਲੋਕਾਂ ਦਾ ਇਹ ਮੰਨਣਾ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਜਾ ਰਿਹਾ ਬਾਕੀ ਆਵਾਜ਼ਾਂ ਨੂੰ ਦਬਾਉਣ ਦਾ, ਇਹ ਗੁਰਦਾਸ ਮਾਨ ਦਾ ਵਿਰੋਧ ਵੀ ਉਸ ਮਾਹੌਲ ਦਾ ਹੀ ਇੱਕ ਹਿੱਸਾ ਹੈ। ਮਸਲਾ ਕੀ ਆ, ਆਪਾਂ ਗੱਲ ਕਰਾਂਗੇ। ਸਾਡੇ ਨਾਲ ਨੇ ਸੋਨੀਆ ਮਾਨ ਜੀ। ਸਤਿ ਸ਼੍ਰੀ ਅਕਾਲ ਜੀ ਸੋਨੀਆ। ਸਤਿ ਸ਼੍ਰੀ ਅਕਾਲ। ਸੋਨੀਆ ਜੀ, ਗੁਰਦਾਸ ਮਾਨ ਜੀ ਦਾ ਵਿਰੋਧ ਹੋ ਰਿਹਾ, ਨਵਾਂ ਗੀਤ ਉਹਨਾਂ ਨੇ ਕੱਢਿਆ ਜਦੋਂ, ਅਤੇ ਪਹਿਲਾਂ ਵੀ ਵਿਰੋਧ ਹੋਇਆ ਸੀ ਜਦੋਂ ਉਹਨਾਂ ਨੇ ਜਿਹੜਾ ਹਿੰਦੀ ਨੂੰ ਮਾਸੀ ਕਿਹਾ ਸੀ। ਕੀ ਲੱਗਦਾ ਕਿ ਉਹਨਾਂ ਦਾ ਜਿਹੜਾ ਬਿਆਨ ਸੀ ਹਿੰਦੀ ਨੂੰ ਮਾਸੀ ਕਹਿਣ ਵਾਲਾ ਜਾਂ ਸਟੇਜ ਤੋਂ ਗਾਲ ਕੱਢਣ ਵਾਲਾ, ਉਹਨੂੰ ਕਿੱਦਾਂ ਦੇਖਦੇ? ਵੇਖੋ, ਸਟੇਜ ਤੋਂ ਗਾਲ ਦੇਣ ਵਾਲਾ ਜਿਹੜਾ ਬਿਆਨ ਸੀਗਾ, ਲਾਈਕ ਉਹ ਗਲਤ ਸੀਗਾ ਕਿ ਹਾਂ ਉਹਨਾਂ ਤੋਂ ਗਾਲ ਕੱਢੀ ਗਈ, ਉਹ ਨਹੀਂ ਕੱਢਣੀ ਚਾਹੀਦੀ ਸੀਗੀ, ਬਿਕਾਜ਼ ਲੋਕਾਂ ਨੂੰ ਉਹਨਾਂ ਤੋਂ ਐਕਸਪੈਕਟੇਸ਼ਨਸ ਬਹੁਤ ਹਾਈ ਨੇ। ਬਟ ਠੀਕ ਆ ਵੀ ਉਹ ਵੀ ਇਨਸਾਨ ਨੇ, ਕੋਈ ਬੰਦਾ ਪ੍ਰਵੋਕ ਕਰ ਦੂਗਾ। ਅਤੇ ਆਈ ਥਿੰਕ ਸੋ ਕਿ ਉਹਨਾਂ ਨੇ ਵੀਡੀਓ ਦੇ ਵਿੱਚ ਇਹੀ ਸ਼ੋਅ ਕੀਤਾ ਵੀ ਜਦੋਂ ਕੋਈ ਪ੍ਰਵੋਕ ਕਰ ਦਿੰਦਾ ਤੁਹਾਡੇ ਕੋਲ ਤੁਸੀਂ ਆਪਣਾ ਆਪਾ ਖੋ ਦਿੰਦੇ ਹੋ, ਤੁਸੀਂ ਬੋਲ ਦਿੰਦੇ ਹੋ, ਕਿਉਂਕਿ ਕੋਈ ਵੀ ਰੱਬ ਨਹੀਂ ਹੈਗਾ। ਔਰ ਮੈਨੂੰ ਦੱਸੋ ਵੀ ਕਿਹੜਾ ਪੰਜਾਬ ਦੇ ਵਿੱਚ ਬੰਦਾ ਆ ਜਿਹਨੂੰ ਗੁੱਸਾ ਨਹੀਂ ਚੜ੍ਹਦਾ, ਔਰ ਜਿਹੜਾ ਕਿਹੜਾ ਆ ਬੰਦਾ ਜਿਹੜਾ ਗੁੱਸੇ 'ਚ ਗਾਲ ਨਹੀਂ ਕੱਢਦਾ। ਜਾਂ ਤਾਂ ਤੁਸੀਂ ਸਾਰੇ ਬੜੇ ਸੰਤੋ ਗਾਲ ਕੱਢਣ ਨੂੰ ਜਾਇਜ਼ ਠਹਿਰਾਉਂਦੇ? ਵੇਖੋ, ਮੈਂ ਗਾਲ ਕੱਢਣ ਨੂੰ ਜਾਇਜ਼ ਨਹੀਂ ਠਹਿਰਾਉਂਦੀ, ਬਟ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਵੀ ਗੁੱਸੇ ਦੇ ਵਿੱਚ ਪ੍ਰਵੋਕ ਕਰਨਾ, ਜਾਂ ਤਾਂ ਤੁਸੀਂ ਰੱਬ ਹੋ, ਤੁਹਾਨੂੰ ਗੁੱਸਾ ਚੜ੍ਹਦਾ ਹੀ ਨਹੀਂ, ਤੁਸੀਂ ਗਾਲ ਕੱਢਦੇ ਹੀ ਨਹੀਂ। ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਕਿਹੜਾ ਬੰਦਾ ਆ ਜਿਹੜਾ ਅੱਜ ਕਹਿ ਦੇ ਵੀ ਹਾਂ ਠੀਕ ਆ ਵੀ ਸਾਨੂੰ ਤਾਂ ਗੁੱਸਾ ਨਹੀਂ ਚੜ੍ਹਦਾ, ਅਸੀਂ ਗੁੱਸੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੈਂਗੁਏਜ ਨਹੀਂ ਯੂਜ਼ ਕਰਦੇ। ਆਈ ਬਿਲੀਵ ਸੋ ਕੋਈ ਵੀ ਕਿਸੇ ਨੂੰ ਪ੍ਰਵੋਕ ਕਰੂਗਾ ਅਤੇ ਗੁੱਸਾ ਤਾਂ ਚੜੂਗਾ, ਉਹ ਆਪਣੀ ਲੈਂਗੁਏਜ ਦੇ ਜ਼ਰੀਏ ਦੇ ਨਾਲ ਆਪਣਾ ਗੁੱਸਾ ਜਿਹੜਾ ਆ ਉਹ ਪ੍ਰਗਟ ਕਰਨਗੇ, ਰਾਈਟ? ਸੋ ਬੇਸਿਕਲੀ ਗੁਰਦਾਸ ਮਾਨ ਜੀ ਦਾ ਜਿਹੜਾ ਪੰਜਾਬੀ ਨੂੰ ਮਾਸੀ ਕਹਿਣ, ਮਤਲਬ ਦੂਜੀ ਹਿੰਦੀ ਨੂੰ ਮਾਸੀ ਕਹਿਣ ਦੀ ਗੱਲ ਕੀਤੀ ਗਈ ਹੈ। ਵੇਖੋ, ਹਿੰਦੀ ਜਿਹੜੀ ਭਾਸ਼ਾ ਆ
ਪੰਜਾਬ ਦੇ ਵਿੱਚ ਪੰਜਾਬੀ ਮਹਾਂ ਬੋਲੀ ਹੈ। ਗੁਰਦਾਸ ਮਾਨ ਜੀ ਨੇ ਸਾਰੀ ਜ਼ਿੰਦਗੀ ਆਪਣੀ ਮਹਾਂ ਬੋਲੀ ਨੂੰ ਸਪੋਰਟ ਕੀਤਾ। ਉਹਨਾਂ ਦੇ ਸਾਰੇ ਗਾਣਿਆਂ ਦੇ ਵਿੱਚ ਪੰਜਾਬੀ ਮਹਾਂ ਬੋਲੀ ਦੀ ਗੱਲ ਕੀਤੀ ਹੈ। ਉਹ ਲੋਕੀ ਕਿਵੇਂ ਭੁੱਲ ਸਕਦੇ ਨੇ ਇਹੋ ਜਿਹੀਆਂ ਗੱਲਾਂ? ਮਤਲਬ ਇੰਨੇ ਨਾਸ਼ੁਕਰੇ ਲੋਕ ਨੇ ਕਿ ਉਹ ਸਭ ਕੁਝ ਭੁੱਲ ਗਏ ਵੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਪੰਜਾਬੀ ਕਲਚਰ ਨੂੰ ਦਿੱਤੀ ਹੈ, ਪੰਜਾਬੀਅਤ ਨੂੰ ਰਿਪਰੈਜ਼ੈਂਟ ਕੀਤਾ ਹੈ, ਬਾਲੀਵੁੱਡ 'ਚ ਜਾ ਕੇ ਰਿਪਰੈਜ਼ੈਂਟ ਕੀਤਾ, ਹਰ ਇੱਕ ਸਟੇਟ ਦੇ ਵਿੱਚ, ਹਰ ਇੱਕ ਕੰਟਰੀ ਦੇ ਵਿੱਚ ਜਾ ਕੇ ਗੁਰਦਾਸ ਮਾਨ ਜੀ ਨੇ ਰਿਪਰੈਜ਼ੈਂਟ ਕੀਤਾ, ਪੰਜਾਬੀ ਪਹਿਰਾਵੇ ਨੂੰ ਰਿਪਰੈਜ਼ੈਂਟ ਕੀਤਾ। ਕਿਵੇਂ ਭੁੱਲ ਸਕਦੇ ਨੇ? ਮਤਲਬ ਤੁਸੀਂ ਬੰਦੇ ਨੂੰ ਰੱਬ ਸਮਝਦੇ ਹੋ ਕਿ ਕਿਸੇ ਤੋਂ ਕੋਈ ਗਲਤੀ ਨਹੀਂ ਹੋ ਸਕਦੀ। ਬੇਸਿਕਲੀ ਗਲਤੀ ਕੀ, ਚਲੋ ਠੀਕ ਹੈ, ਮੈਂ ਇੱਕ ਗੱਲ ਜ਼ਰੂਰ ਮੰਨਦੀ ਹਾਂ ਵੀ ਹਾਂ ਉਹਨਾਂ ਦੇ ਕੋਲੋਂ ਸਟੇਜ ਦੇ ਉੱਤੇ ਗਲਤ ਬੋਲਿਆ ਗਿਆ ਸੀਗਾ, ਦੈਟਸ ਫਾਈਨ। ਬਟ ਹਿੰਦੀ ਨੂੰ ਮਾਸੀ ਕਹਿਣ ਦਾ ਮਤਲਬ ਇਹੀ ਹੈ ਵੀ ਹਿੰਦੀ ਲੈਂਗੁਏਜ ਅਤੇ ਪੰਜਾਬੀ ਦੀਆਂ ਜਿਹੜੀਆਂ ਮਾਤਰਾ ਜਾਂ ਅੱਖਰ ਹੈ ਉਹ ਸੇਮ ਸੂਮ ਜੇ ਹੁੰਦੇ ਆ। ਔਰ ਜਦੋਂ ਤੁਸੀਂ ਦੂਜੀ ਸਟੇਟ ਕ੍ਰਾਸ ਕਰਦੇ ਹੋ, ਅੱਜ ਅਸੀਂ ਪੰਜਾਬ ਦੇ ਨਾਲ ਹੀ ਹਰਿਆਣਾ ਆ, ਮੈਨੂੰ ਨਹੀਂ ਲੱਗਦਾ ਵੀ ਪੰਜਾਬੀਆਂ ਨੂੰ ਹਰਿਆਣਵੀ ਬੋਲਣੀ ਆਉਂਦੀ ਹੋਵੇ। ਜਿਹੜਾ ਵਿਰੋਧ ਹੋ ਰਿਹਾ ਉਹਦਾ ਮੇਨ ਜਿਹੜੀ ਵਜ੍ਹਾ ਇਹ ਲੱਗ ਰਹੀ ਹੈ, ਜਿਹੜਾ ਕਹਿਣਾ ਵਿਦਵਾਨਾਂ ਦਾ, ਕਿ ਅਮਿਤ ਸ਼ਾਹ ਕਹਿ ਰਿਹਾ ਵੀ ਹਿੰਦੂ ਰਾਸ਼ਟਰ ਹੈ, ਸਾਰੇ ਜਿਹੜਾ ਹਿੰਦੀ ਆ ਉਹ ਰਾਸ਼ਟਰੀ ਭਾਸ਼ਾ ਹੈ ਸਾਡੀ, ਅਤੇ ਉਹਨਾਂ ਦੀ ਜਿਹੜੀ ਆਈਡੀਓਲੋਜੀ ਆ ਉਹ ਇਸ ਰਾਸ਼ਟਰ ਨੂੰ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਧਰਮ ਜਾਂ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਹੈ। ਉਹਨਾਂ ਨੂੰ ਲੱਗਦਾ ਵੀ ਜਿਹੜਾ ਗੁਰਦਾਸ ਮਾਨ ਜੀ ਦਾ ਬਿਆਨ ਆ ਉਹ ਉਸ ਏਜੰਡੇ ਦੀ ਪੂਰਤੀ ਕਰਦਾ। ਵੇਖੋ, ਕੋਈ ਏਜੰਡੇ ਦੀ ਪੂਰਤੀ ਨਹੀਂ ਕਰਦਾ। ਮੈਂ ਤੁਹਾਨੂੰ ਸਿੰਪਲ ਕਲੀਅਰੈਂਸ ਗੱਲ ਦੀ ਕਰ ਦਿੰਦੀ ਹਾਂ। ਨਾ ਤੇ ਆਪਾਂ ਅਮਿਤ ਸ਼ਾਹ ਜੀ ਦੇ ਹਿੰਦੂ ਰਾਸ਼ਟਰ ਨੂੰ ਸਪੋਰਟ ਕਰਦੇ ਹਾਂ, ਠੀਕ ਆ। ਇਹ ਦੇਸ਼ ਦੇ ਵਿੱਚ ਸਾਰੇ ਧਰਮਾਂ ਦੇ ਲੋਕੀ ਰਹਿੰਦੇ ਆ, ਇੱਥੇ ਮੁਸਲਿਮ ਵੀ ਰਹਿੰਦੇ ਆ, ਇੱਥੇ ਸਿੱਖ ਵੀ ਰਹਿੰਦੇ ਆ, ਇੱਥੇ ਕ੍ਰਿਸਚਨ ਵੀ ਰਹਿੰਦੇ, ਅਤੇ ਸਾਰੇ ਤਰ੍ਹਾਂ ਦੇ ਲੋਕੀ ਰਹਿੰਦੇ ਨੇ। ਇਹ ਗੱਲ ਤੇ ਉਹ ਭੁੱਲ ਜਾਣ ਵੀ ਇਹ ਹਿੰਦੂ ਰਾਸ਼ਟਰ ਆ, ਠੀਕ ਹੈ। ਇਹ ਭਾਰਤ ਆ, ਇੱਥੇ ਸਾਰਿਆਂ ਦੀ ਇੰਡੀਵਿਜੂਅਲਿਟੀ ਹੈਗੀ ਆ, ਔਰ ਸਾਰੇ ਰਿਸਪੈਕਟਫੁਲ ਆ, ਰਾਈਟ, ਔਰ ਸਾਰੇ ਧਰਮ ਰਿਸਪੈਕਟਫੁਲ ਆ। ਔਰ ਇੱਥੇ ਇਹ ਇੱਕ ਧਰਮ ਦਾ ਦੇਸ਼ ਨਹੀਂ ਹੈਗਾ ਇਹ, ਜੇ ਉਹ ਕਹਿਣ ਤੇ, ਜੇ ਉਹ ਇਹ ਕਹਿਣ ਹਿੰਦੂ ਰਾਸ਼ਟਰ ਆ, ਹਿੰਦੀ ਮਹਾ ਰਾਸ਼ਟਰ ਭਾਸ਼ਾ ਆ, ਨੋ, ਇੱਥੇ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹੈ। ਇਹ ਗਲਤ ਆ। ਆਪਣੇ ਭਾਰਤ ਦੇ ਵਿੱਚ ਜਿਵੇਂ ਮੈਂ ਕਿਹਾ ਸਾਰੇ ਰਹਿੰਦੇ ਆ, ਆਪਾਂ ਸਾਰੇ ਰਿਸਪੈਕਟਫੁਲ ਆ, ਔਰ ਸਿੱਖੀਜ਼ਮ ਵੀ ਓਨੀ ਰਿਸਪੈਕਟਫੁਲ ਆ, ਸਾਰੇ ਹੀ, ਰਾਈਟ। ਔਰ ਹਰ ਇੱਕ ਸਟੇਟ ਦੀ ਆਪਣੀ ਭਾਸ਼ਾ ਆ। ਹੈਦਰਾਬਾਦ ਚਲ ਜਾਓ, ਉੱਥੇ ਤੇਲਗੂ ਬੋਲਦੇ ਨੇ, ਮਲਿਆਲਮ ਬੋਲਦੇ ਨੇ, ਕੇਰਲਾ ਵਾਲੇ ਬੰਨੇ ਚਲ ਜਾਓ ਅਤੇ ਹਰਿਆਣੇ ਦੇ ਵਿੱਚ ਹਰਿਆਣਵੀ ਬੋਲਦੇ ਨੇ। ਹਰ ਇੱਕ ਆਪੋ ਆਪਣੀ ਭਾਸ਼ਾ ਨੂੰ ਮਹੱਤਵ ਦਿੰਦਾ, ਔਰ ਹਰ ਕੋਈ ਆਪਣੀ ਲੈਂਗੁਏਜ ਬੋਲਦੇ ਨੇ। ਹੁਣ ਮੈਂ ਪਹਿਲੋਂ ਜਿਹੜੀ ਗੱਲ ਕਰ ਰਹੀ ਸੀਗੀ, ਆਪਣੇ ਪੰਜਾਬ ਦੇ ਨਾਲ ਹੀ ਹਰਿਆਣਾ ਪੈਂਦਾ ਆ, ਰਾਈਟ। ਆਪਾਂ ਪੰਜਾਬੀ 'ਚ ਜਦੋਂ ਗੱਲ ਕਰਦੇ ਹਾਂ, ਉੱਥੇ ਦੇ ਹਰਿਆਣੇ ਦੇ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ, ਆਪਣੇ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਆਉਂਦੀ ਆ, ਉਹਨਾਂ ਨੂੰ ਹਰਿਆਣਵੀ ਆਉਂਦੀ ਆ। ਜਦੋਂ ਆਪਾਂ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਹਾਂ, ਆਪਾਂ ਕਿਸਾਨ ਅੰਦੋਲਨ 'ਚ ਵੀ ਇੱਕ ਦੂਜੇ ਨਾਲ ਕਮਿਊਨੀਕੇਟ ਕੀਤਾ, ਗੱਲਾਂ ਕੀਤੀਆਂ, ਕਿਹੜੀ ਭਾਸ਼ਾ ਅਸੀਂ ਇਸਤੇਮਾਲ ਕਰਦੇ ਸੀਗੇ? ਕਾਮਨ ਲੈਂਗੁਏਜ ਸਾਨੂੰ ਕਿਹੜੀ ਪੈਂਦੀ ਸੀਗੀ? ਹਿੰਦੀ ਪੈਂਦੀ ਸੀਗੀ ਨਾ। ਹਿੰਦੀ ਉਹਨਾਂ ਨੂੰ ਵੀ ਹਿੰਦੀ ਆਉਂਦੀ ਸੀਗੀ, ਸਾਨੂੰ ਵੀ। ਮਤਲਬ ਇਹ ਤਾਂ ਨਹੀਂ ਵੀ ਆਪਾਂ ਹਿੰਦੀ ਨੂੰ ਆਪਣੀ ਮਾਸੀ ਕਹਿਣ ਲੱਗ ਜਾਈਏ। ਵੇਖੋ, ਮੇਰੀ ਗੱਲ ਸੁਣੋ, ਇਟਸ ਨਾਟ ਅਬਾਊਟ ਹਿੰਦੀ ਨੂੰ ਮਾਸੀ ਕਹਿਣ ਲੱਗ ਪਈਏ। ਇਹਦਾ ਮਤਲਬ, ਉਹਨਾਂ ਦਾ ਕਹਿਣ ਦਾ ਮਤਲਬ ਇਹੀ ਹੋਊਗਾ ਕਿ ਇੱਕ ਕਾਮਨ ਲੈਂਗੁਏਜ ਆ ਜਿਹੜੀ ਸਾਰਿਆਂ ਨੂੰ ਆਉਂਦੀ ਆ। ਜਿਵੇਂ ਪੂਰੇ ਇੰਡੀਆ ਦੇ ਵਿੱਚ ਬਾਲੀਵੁੱਡ ਫਿਲਮਾਂ ਆਉਂਦੀਆਂ, ਹਿੰਦੀ ਫਿਲਮਾਂ ਸਾਰੇ ਵੇਖ ਲੈਂਦੇ ਆ। ਪੰਜਾਬੀ ਫਿਲਮਾਂ ਜਿਹੜੀਆਂ ਆ ਉਹ ਪੰਜਾਬ ਦੇ ਵਿੱਚ ਜਾਂ ਕੈਨੇਡਾ 'ਚ ਕਿਤੇ ਕਿਤੇ ਸਕਰੀਨਸ ਲੱਗਦੀਆਂ, ਕਿਉਂਕਿ ਸਾਰਿਆਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਹੁਣ ਆਪਣੇ ਇੱਥੋਂ ਬੱਚੇ ਵੀ ਨੇ, ਲੋਕੀ ਵੀ ਨੇ ਜਿਹੜੇ ਬਾਹਰ ਜਾਂਦੇ ਨੇ, ਕੈਨੇਡਾ ਅਮਰੀਕਾ ਜਾਂਦੇ ਨੇ, ਆਈਲੈਟਸ ਕਰਕੇ ਵੀ ਜਾਂਦੇ ਨੇ, ਜਾਂ ਬਾਹਰ ਜੌਬ ਕਰਨ ਵਾਸਤੇ ਜਾਂਦੇ ਨੇ। ਉਹ ਉੱਥੇ ਜਾ ਕੇ ਪੰਜਾਬੀ ਨਹੀਂ ਬੋਲ ਸਕਦੇ, ਉੱਥੇ ਜਾ ਕੇ ਦੇ ਹੈਵ ਟੂ ਸਪੀਕ ਦੇਅਰ ਲੈਂਗੁਏਜ। ਇੰਗਲਿਸ਼ 'ਚ ਕਮਿਊਨੀਕੇਟ ਕਰਦੇ ਕੰਮ ਕਰਨ ਵਾਸਤੇ। ਹੁਣ ਅੱਜ ਮੈਂ ਹੈਦਰਾਬਾਦ ਚਲ ਜਾਂ, ਕੇਰਲਾ ਚਲ ਜਾਂ, ਹੈ ਨਾ, ਮੈਨੂੰ ਉੱਥੇ ਪੰਜਾਬੀ ਨਹੀਂ ਉਹਨਾਂ ਨੂੰ ਸਮਝ ਲੱਗਦੀ, ਉਹਨਾਂ ਦੀ ਲੈਂਗੁਏਜ ਮੈਨੂੰ ਨਹੀਂ ਸਮਝ ਲੱਗਦੀ। ਸੋ ਸਾਡਾ ਇੱਕ ਮੀਡੀਅਮ ਕੀ ਆ ਕਮਿਊਨੀਕੇਟ ਕਰਨ ਦਾ ਇੱਕ ਦੂਜੇ ਦੇ ਨਾਲ, ਜਾਂ ਇੰਗਲਿਸ਼ ਆ ਜਾਂ ਹਿੰਦੀ ਆ, ਦੋ ਲੈਂਗੁਏਜਿਸ ਸਾਡਾ ਮੀਡੀਅਮ ਆ ਕਮਿਊਨੀਕੇਟ ਕਰਨ ਦਾ। ਹੁਣ ਇੰਗਲਿਸ਼ ਸਾਰਿਆਂ ਨੂੰ ਨਹੀਂ ਆਉਂਦੀ, ਜ਼ਰੂਰ ਸਾਡੇ ਪੰਜਾਬ ਦੇ ਵਿੱਚ ਠੀਕ ਹੈ, ਅਸੀਂ ਕਨਵੈਂਟ ਸਕੂਲ 'ਚ ਪੜ੍ਹਦੇ ਹਾਂ, ਇੰਗਲਿਸ਼ ਇਜ਼ ਅ ਕੰਪਲਸਰੀ ਲੈਂਗੁਏਜ, ਬਟ ਹਰ ਕੋਈ ਬੰਦਾ ਇੰਗਲਿਸ਼ ਨਹੀਂ ਬੋਲਦਾ। ਵੀ ਆਰ ਨਾਟ ਯੂਜ਼ ਟੂ ਇਟ ਸਪੀਕਿੰਗ ਇੰਗਲਿਸ਼। ਆਪਾਂ ਪੰਜਾਬੀ 'ਚ ਗੱਲ ਕਰਦੇ ਹਾਂ ਘਰ ਦੇ ਵਿੱਚ। ਮੈਂ ਖੁਦ ਕੰਫਰਟੇਬਲ ਫੀਲ ਕਰਦੀ ਹਾਂ। ਮੈਂ ਤਾਂ ਬੋਂਬੇ ਵੀ ਰਹਿੰਦੀ ਸੀਗੀ, ਮੈਂ ਪੰਜਾਬੀ 'ਚ ਗੱਲ ਕਰਦੀ ਸੀਗੀ, ਬਿਕਾਜ਼ ਆਈ ਲਵ ਮਾਈ ਲੈਂਗੁਏਜ ਐਂਡ ਆਈ ਲਵ ਮਾਈ ਕਲਚਰ। ਆਈ ਰਿਪਰੈਜ਼ੈਂਟ ਪੰਜਾਬ। ਭਾਵੇਂ ਮੇਰਾ ਕੋਈ ਮਜ਼ਾਕ ਉਡਾਵੇ, ਭਾਵੇਂ ਕਵੇ ਹਾਂਜੀ ਜੀ ਇਹਨੂੰ ਇੰਗਲਿਸ਼ ਨਹੀਂ ਆਉਂਦੀ, ਇਹ ਪੰਜਾਬੀ 'ਚ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਗੱਲ ਕਰਦੀ ਹਾਂ ਪੰਜਾਬੀ 'ਚ ਬਿਕਾਜ਼ ਮੈਂ ਪੰਜਾਬੀ ਹਾਂ। ਬਟ ਫੈਕਟ ਜਿਹੜੇ ਆ ਨਾ, ਫੈਕਟ ਦੀ ਗੱਲ ਕਰੀਏ ਤਾਂ ਉਹ ਵੱਖਰੀ ਗੱਲ ਹੈ। ਲੈਂਗੁਏਜ ਨੂੰ ਪਿਆਰ ਕਰਨਾ, ਰਿਸਪੈਕਟ ਦੇਣਾ, ਉਹ ਵੱਖਰੀ ਗੱਲ ਹੈ। ਸੋਨੀ ਜੀ, ਇੱਕ ਜਿਹੜਾ ਗੁਰਦਾਸ ਮਾਨ ਜੀ ਡੇਰੇ 'ਤੇ ਜਾਂਦੇ ਆ, ਉਸ ਨੂੰ ਲੈ ਕੇ ਵੀ ਟਰੋਲ ਹੋਇਆ। ਉਸ ਤੋਂ ਬਾਅਦ ਵੀ ਗੱਲ ਹੋਈ ਹੈ ਕਿ ਉਹ ਉੱਥੇ ਨਸ਼ੇ ਜਿਹੜੇ ਯੂਜ਼ ਕੀਤੇ ਜਾਂਦੇ ਆ, ਅਤੇ ਨੌਜਵਾਨ ਪੀੜ੍ਹੀ ਕੀ ਸੇਧ ਲਊਗੀ, ਉਹਨੂੰ ਕਿੱਦਾਂ ਦੇਖਦੇ ਹੋ?
ਵੇਖੋ ਜੀ ਮੇਰੀ ਗੱਲ ਸੁਣੋ, ਹਰ ਇੱਕ ਦੀ ਆਪੋ ਆਪਣੀ ਜ਼ਿੰਦਗੀ ਆ। ਕੌਣ ਨਸ਼ਾ ਕਰਦਾ ਕੌਣ ਨਹੀਂ ਕਰਦਾ, ਮੈਨੂੰ ਇਹ ਗੱਲ ਦੱਸੋ, ਪੰਜਾਬ ਜਿਹੜਾ ਹੈ ਗੁਰੂਆਂ ਪੀਰਾਂ ਦੀ ਧਰਤੀ ਆ, ਠੀਕ ਆ। ਆਪਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਬੀਰ ਦੀ ਬਾਣੀ ਵੀ ਹੈ, ਠੀਕ ਹੈ। ਮੁਸਲਮਾਨਾਂ ਦਾ ਵੀ ਦਰਜਾ ਦਿੱਤਾ ਹੈ ਬਹੁਤ ਰਿਸਪੈਕਟਫੁਲ ਤਰੀਕੇ ਦੇ ਨਾਲ, ਰਾਈਟ। ਔਰ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਜਿਹੜੇ ਉਹ ਆਪਣਾ ਪੀਰ ਵੀ ਮੰਨਦੇ ਨੇ, ਠੀਕ ਹੈ। ਹੁਣ ਪੰਜਾਬ 'ਚ ਇਕੱਲੇ ਸਿੱਖ ਤਾਂ ਨਹੀਂ ਰਹਿੰਦੇ, ਪੰਜਾਬ ਦੇ ਵਿੱਚ ਡਿਫਰੈਂਟ ਰਿਲੀਜਨ ਆ, ਕ੍ਰਿਸਚਨ ਵੀ ਹੈਗੇ ਆ ਪੰਜਾਬ 'ਚ, ਮੁਸਲਿਮ ਵੀ ਹੈਗੇ ਨੇ, ਸਾਰੇ ਨੇ। ਮੈਨੂੰ ਇਹ ਲੱਗਦਾ ਵੀ ਸੱਚਾ ਸਿੱਖ ਉਹ ਹੈ ਜਿਹੜਾ ਸਭ ਤੋਂ ਚੰਗਾ ਇਨਸਾਨ ਆ, ਜਿਹਦੇ ਵਿੱਚ ਇਨਸਾਨੀਅਤ ਆ। ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਦਿੱਤਾ ਸੀਗਾ ਕਸ਼ਮੀਰੀ ਪੰਡਤਾਂ ਵਾਸਤੇ। ਉਹਨਾਂ ਨੇ ਇਹ ਨਹੀਂ ਦੇਖਿਆ ਵੀ ਉਹ ਸਿੱਖ ਨੇ ਅਤੇ ਮੈਂ ਉਹਨਾਂ ਵਾਸਤੇ ਆਪਣਾ ਸੀਸ ਦੇਵਾਂ ਕਿ ਨਾ ਦੇਵਾਂ, ਠੀਕ ਹੈ। ਉਹ ਹਿੰਦੂ ਸੀਗੇ, ਰਾਈਟ। ਉਹਨਾਂ ਨੇ ਸਾਡੀ ਗੁਰਬਾਣੀ ਦੇ ਵਿੱਚ ਬਹੁਤ ਕੁਛ ਆ, ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਕੁਛ ਆ, ਬਟ ਆਪਾਂ ਉਸ 'ਤੇ ਅਮਲ ਨਹੀਂ ਕਰਦੇ। ਆਪਾਂ ਇਹ ਜਤਾਉਂਦੇ ਹਾਂ ਅਸੀਂ ਸਿੱਖ ਹਾਂ, ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਸਿੱਖ ਹਾਂ। ਕੀ ਗੱਲ ਆਪਾਂ ਆਪਣਾ ਅੰਮ੍ਰਿਤ ਅੰਦਰੋਂ ਛਕਿਆ ਆ? ਪਹਿਲੋਂ ਆਪਾਂ ਅੰਮ੍ਰਿਤ ਅੰਦਰੋਂ ਤੇ ਛਕੀਏ, ਫਿਰ ਬਾਹਰ ਦਾ ਬਾਣਾ ਰੱਖੀਏ, ਸੱਚ ਬੋਲਣਾ ਸਿੱਖੀਏ, ਗੰਦੇ ਬੋਲ ਆਪਣੇ ਮੂੰਹੋਂ ਨਾ ਕੱਢੀਏ, ਭੇਦਭਾਵ ਨਾ ਕਰੀਏ। ਇਹ ਸਾਰੀਆਂ ਵੇਖੋ, ਅੰਮ੍ਰਿਤ ਛਕਣ ਵਾਸਤੇ ਤੁਹਾਨੂੰ ਬਹੁਤ ਇੰਟਲੈਕਟ ਬੜੇ ਉੱਚੇ ਲੈਵਲ 'ਤੇ ਮੈਨੂੰ ਲੱਗਦਾ ਜਾਣਾ ਪੈਂਦਾ ਹੈ, ਜਿੱਥੇ ਤੁਸੀਂ ਕਾਮ, ਮੋਹ, ਮਾਇਆ, ਕ੍ਰੋਧ, ਨਿੰਦਿਆ, ਚੁਗਲੀ, ਇਹ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠਣਾ ਪੈਂਦਾ। ਮੈਨੂੰ ਨਹੀਂ ਲੱਗਦਾ ਵੀ ਇੱਥੇ ਜ਼ਿਆਦਾਤਰ ਲੋਕਾਂ ਦੇ ਵਿੱਚ ਕਿਸੇ ਦੇ ਵਿੱਚ ਇਹ ਮੈਨੂੰ ਦੇਖਣ ਲਈ ਮਿਲਿਆ ਆ, ਰਾਈਟ। ਇਹਨਾਂ ਨੂੰ ਲੱਗਦਾ ਹੈ ਸਿਰਫ ਬਾਣਾ ਪਾਉਣ ਦੇ ਨਾਲ ਹੀ ਅੰਮ੍ਰਿਤ ਛਕਿਆ ਜਾਂਦਾ ਆ, ਰਾਈਟ। ਇਹ ਮੈਂ ਨਹੀਂ ਮੰਨਦੀ, ਮੈਂ ਮੰਨਦੀ ਹਾਂ ਅੰਦਰੋਂ ਛਕਣਾ ਚਾਹੀਦਾ ਆ। ਦੈਟਸ ਵਾਟ ਆਈ ਥਿੰਕ, ਐਂਡ ਦੈਟ ਉਹ ਸਾਡੇ ਗੁਰੂ ਸੀਗੇ ਜਿਹੜੇ ਇਸ ਨਿਰਪੱਖਤਾ ਦੇ ਨਾਲ ਸੋਚਦੇ ਸੀਗੇ, ਇਨਸਾਨੀਅਤ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਇਨਸਾਨੀਅਤ ਉਹਨਾਂ ਵਾਸਤੇ ਮੈਟਰ ਕਰਦੀ ਸੀਗੀ, ਇਹ ਨਹੀਂ ਮੈਟਰ ਕਰਦਾ ਸੀਗਾ। ਸੋ ਵੇਖੋ, ਹਰ ਇੱਕ ਦੀ ਆਪੋ ਆਪਣੀ ਸੋਚ ਆ, ਆਪੋ ਆਪਣੀ ਗੱਲਬਾਤ ਆ। ਮੈਂ ਤਾਂ ਇਹ ਮੰਨਦੀ ਹਾਂ ਵੀ ਗੁਰੂ ਗ੍ਰੰਥ ਸਾਹਿਬ ਇਹੀ ਸਿਖਾਉਂਦਾ ਆ, ਸਾਰਿਆਂ ਦੀ ਇੱਜ਼ਤ ਕਰੋ, ਕਿਸੇ ਬਾਰੇ ਮੰਦੇ ਬੋਲ ਨਾ ਕੱਢੋ, ਠੀਕ ਹੈ। ਔਰ ਰਿਲੀਜਨ ਫਰੀਡਮ ਸਾਰਿਆਂ ਨੂੰ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ। ਜੇ ਕੋਈ ਗੁਰੂ ਪੀਰ ਨੂੰ ਮੰਨਣਾ ਚਾਹੁੰਦਾ ਆ ਉਹ ਗੁਰੂ ਪੀਰ ਨੂੰ ਮੰਨੇ, ਜੇ ਕੋਈ ਕਿਸੇ ਨੂੰ ਵੀ ਮੰਨਣਾ ਚਾਹੁੰਦਾ ਉਹ ਕਿਸੇ ਨੂੰ ਮੰਨੇ। ਯੂ ਕੈਨਟ ਫੋਰਸ ਐਨੀਬਡੀ ਟੂ ਤੁਸੀਂ ਇਹਨੂੰ ਮੰਨੋ। ਕੀ ਲੱਗਦਾ ਵੀ ਜਿਹੜਾ ਇਹ ਵਿਰੋਧ ਹੋ ਰਿਹਾ, ਇਹ ਜਿਹੜਾ ਰਿਲੀਜੀਅਸ ਡੈਮੋਕ੍ਰੇਸੀ ਨੂੰ ਪੰਜਾਬ ਦੇ ਵਿੱਚ ਖਤਰਾ, ਜਿਹਦੀ ਵਜ੍ਹਾ ਕਰਕੇ ਵਿਰੋਧ ਹੋ ਰਿਹਾ? ਵੇਖੋ ਜੀ, ਇਹ ਤੇ RSS ਵਾਲੇ ਕਰਦੇ ਆ ਕੱਟੜਤਾ ਤਰੀਕੇ ਦੇ ਨਾਲ, ਠੀਕ ਹੈ। ਔਰ ਮੈਂ ਉਸ ਚੀਜ਼ ਨੂੰ ਸਪੋਰਟ ਨਹੀਂ ਕਰਦੀ। ਜਿਹੜਾ ਗੁਰਦਾਸ ਮਾਨ ਦਾ ਵਿਰੋਧ ਆ ਉਹ RSS ਵੱਲੋਂ ਨਹੀਂ, ਸਿੱਖ ਮਾਈਂਡਡ ਲੋਕਾਂ ਵੱਲੋਂ ਕੀਤਾ ਜਾ ਰਿਹਾ। ਮੇਰੀ ਗੱਲ ਸੁਣੋ, ਜਿਹੜੀ ਕੱਟੜਤਾ ਹੈ ਨਾ ਕਿਸੇ ਵੀ ਚੀਜ਼ ਦੇ ਵਿੱਚ, ਮੈਂ ਜਿਵੇਂ ਹੁਣ ਕੀ ਕਿਹਾ, ਕੱਟੜਤਾ ਉਹ ਖਤਰਨਾਕ ਆ, ਉਹ ਗਲਤ ਆ। ਕੱਟੜਤਾ ਨਹੀਂ ਹੋਣੀ ਚਾਹੀਦੀ, ਰਿਸਪੈਕਟਫੁਲ ਹੋਣਾ ਚਾਹੀਦਾ ਆ, ਹਲੀਮੀ ਹੋਣੀ ਚਾਹੀਦੀ ਹੈ, ਜੋ ਸਾਡੇ ਗੁਰੂ ਸਾਹਿਬ ਦੇ ਵਿੱਚ ਸੀਗੀ। ਜੇ ਤੁਸੀਂ ਸੱਚੇ ਸਿੰਘ ਹੋ, ਸੱਚੇ ਸਿੱਖ ਹੋ, ਤਾਂ ਫਿਰ ਗੁਰੂ ਸਾਹਿਬ ਨੂੰ ਕਿਉਂ ਨਹੀਂ ਫੋਲੋ ਕਰਦੇ? ਤੁਸੀਂ ਉਹਨਾਂ ਨੂੰ ਫੋਲੋ ਕਰੋ ਨਾ, ਗੁਰੂ ਗ੍ਰੰਥ ਸਾਹਿਬ ਦੇ ਅਸਲੀ ਅਰਥ ਨੂੰ ਫੋਲੋ ਕਰੋ ਨਾ। ਤੁਹਾਡੇ ਵਿੱਚ ਗੁੱਸਾ ਕਿਉਂ ਆ? ਤੁਹਾਡੇ ਵਿੱਚ ਮੰਦੀ ਲੈਂਗੁਏਜ, ਗਲਤ ਲੈਂਗੁਏਜ ਕਿਉਂ ਬੋਲ ਰਹੇ ਹੋ? ਤੁਸੀਂ ਕਰੂਰਤਾ, ਨਫ਼ਰਤ ਕਿਉਂ ਫੈਲਾ ਰਹੇ ਹੋ? ਪਿਆਰ ਕਿਉਂ ਨਹੀਂ ਫੈਲਾਉਂਦੇ? ਸਾਂਝ ਕਿਉਂ ਨਹੀਂ ਫੈਲਾਉਂਦੇ? ਗੁਰੂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਮੰਨਿਆ ਗਿਆ ਸੀਗਾ, ਜਿੱਥੇ ਕੋਈ ਭੁੱਖਾ ਨਹੀਂ ਸੌਂਦਾ ਸੀਗਾ, ਧਰਮ ਜਾਤ ਤੋਂ ਉੱਤੇ ਉੱਠ ਕੇ ਸਾਰਿਆਂ ਨੂੰ ਇਕੁਅਲੀ ਟਰੀਟ ਕੀਤਾ ਜਾਂਦਾ ਸੀਗਾ। ਖਾਲਸਾ ਮਤਲਬ ਇਹੀ। ਅੱਜ ਜਿਵੇਂ ਆਪਾਂ ਕਿਸਾਨ ਅੰਦੋਲਨ 'ਚ ਵੀ ਦੇਖਿਆ, ਲੰਗਰ ਲੱਗੇ ਹੈ, ਉੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਹਿੰਦੂ ਖਾਣਾ ਖਾ ਰਿਹਾ, ਮੁਸਲਿਮ ਖਾਣਾ ਖਾ ਰਿਹਾ, ਕੌਣ ਖਾਣਾ ਖਾ ਰਿਹਾ। ਦਰਬਾਰ ਸਾਹਿਬ ਦੇ 4 ਦਰਵਾਜ਼ੇ ਹੈ, ਸਾਰੇ ਧਰਮ ਦੇ ਲੋਕੀ ਮੱਥਾ ਟੇਕਣ ਇਕੁਅਲੀ ਰਿਸਪੈਕਟਡ ਨੇ। ਉਹ ਆਪਾਂ ਐਵੇਂ ਨਹੀਂ ਕਰ ਸਕਦੇ। ਇਹ ਜਿਹੜੇ ਪੋਲੀਟੀਸ਼ੀਅਨ ਲੋਕੀ ਹੁੰਦੇ ਨਾ, ਦੇ ਡੂ ਇਹੋ ਜਿਹੀਆਂ ਚੀਜ਼ਾਂ, ਇਹ ਵੰਡ ਪਾਉਂਦੇ ਨੇ। ਕਿਹੜੇ ਪੋਲੀਟੀਸ਼ੀਅਨ ਨੇ? ਤੁਹਾਨੂੰ ਕੀ ਲੱਗਦਾ ਵੀ ਜਿਹੜਾ ਗੁਰਦਾਸ ਮਾਨ ਦਾ ਟਰੋਲ ਹੋ ਰਿਹਾ, ਉਹ ਪੰਜਾਬ ਦੇ ਕਿਹੜੇ ਪੋਲੀਟੀਸ਼ੀਅਨਾਂ ਵੱਲੋਂ ਕੀਤਾ ਜਾ ਰਿਹਾ? ਵੇਖੋ ਮੇਰੀ ਗੱਲ ਸੁਣੋ, ਇਹ ਜਿਹੜੇ ਪੋਲੀਟੀਕਲ ਲੋਕੀ ਜਿਹੜੇ ਧਰਮਵਾਦ ਦੀਆਂ ਲੜਾਈਆਂ ਪਾਉਂਦੇ ਨੇ, ਰਾਈਟ, ਉਹ ਇਹ ਸਾਰਾ ਕੁਝ ਕਰਦੇ। ਮੈਂ ਤਾਂ ਸਿੱਧੀ ਜੀ ਗੱਲ ਦੱਸਾਂ, ਆਈ ਡੋਂਟ ਸਪੋਰਟ ਕਿ ਕੋਈ ਇਹੋ ਜਿਹੀ ਪੋਲੀਟਿਕਸ ਹੋਣੀ ਚਾਹੀਦੀ ਹੈ ਜਿਹੜੀ ਕਿ ਰਿਲੀਜਨ ਨੂੰ ਵੰਡੇ, ਠੀਕ ਹੈ। ਮੈਨੂੰ ਤਾਂ ਇਹ ਲੱਗਦਾ ਵੀ ਪੋਲੀਟਿਕਸ ਉਹ ਹੋਣੀ ਚਾਹੀਦੀ ਹੈ ਕਿ ਤੁਸੀਂ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ,
ਲੋਕਾਂ ਨੂੰ ਕੀ ਫੈਸਿਲਿਟੀਜ਼ ਨਹੀਂ ਮਿਲ ਰਹੀਆਂ, ਲੋਕੀ ਕਰਪਸ਼ਨ ਕਿੰਨੀ ਹੈ, ਅਨਇੰਪਲੋਇਮੈਂਟ ਕਿੰਨੀ ਹੈ, ਕਿੰਨਾ ਕੁਛ ਚੱਲ ਰਿਹਾ ਆਪਣੀ ਸੁਸਾਇਟੀ ਦੇ ਵਿੱਚ, ਉਹਦੇ ਰਿਲੇਟਡ ਪੋਲੀਟਿਕਸ ਹੋਣੀ ਚਾਹੀਦੀ ਹੈ ਯਾਰ। ਗੁਰੂਆਂ ਦੇ ਉੱਤੇ ਪੋਲੀਟਿਕਸ ਨਹੀਂ ਕਰਨੀ ਚਾਹੀਦੀ। ਧਰਮ ਜਿਹੜਾ ਹੈ ਨਾ ਉਹ ਗੁਰਦੁਆਰੇ ਦੇ ਵਿੱਚ ਚੰਗਾ ਲੱਗਦਾ ਆ। ਸਾਡੀ ਗੁਰੂ ਗ੍ਰੰਥ ਸਾਹਿਬ ਜਿਹੜੀ ਆ ਗੁਰਦੁਆਰੇ ਦੇ ਵਿੱਚ ਰਹਿਣੀ ਚੰਗੀ ਲੱਗਦੀ ਆ। ਅੱਜ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਸਿੱਖਾਂ ਨੇ, ਜੱਟਾਂ ਨੇ ਆਪਣਾ ਗੁਰਦੁਆਰਾ ਬਣਾਇਆ ਆ, ਮਜ਼੍ਹਬੀ ਸਿੰਘਾਂ ਨੇ ਆਪਣਾ ਗੁਰਦੁਆਰਾ ਬਣਾਇਆ ਆ। ਇਹ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਧਰਮ ਜਾਤ ਐ ਵੰਡਿਆ ਹੀ ਨਹੀਂ ਸੀਗਾ ਉਹਨਾਂ ਨੇ, ਤੇ ਸਾਨੂੰ ਤਾਂ ਊਚ ਨੀਚ ਦੇ ਵਿੱਚ ਤੇ ਵੰਡਿਆ ਹੀ ਨਹੀਂ ਸੀਗਾ ਕਿਸੇ ਚੀਜ਼ ਦੇ ਵਿੱਚ। ਮੈਂ ਇਸ ਦੀ ਕੱਟੜ ਵਿਰੋਧੀ ਹਾਂ। ਗੁਰਦੁਆਰਾ ਸਾਹਿਬ ਇੱਕ ਹੋਣਾ ਚਾਹੀਦਾ, ਉਹ 'ਚ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਰੱਖੀ ਹੈ। ਕੀ ਗੱਲ ਉੱਥੇ ਗੁਰੂ ਗ੍ਰੰਥ ਸਾਹਿਬ ਅੱਡ ਹੈ? ਉਹ ਅੱਡ ਤਰੀਕੇ ਨਾਲ ਪੂਜਦੇ ਨੇ, ਇੱਕੋ ਗੁਰੂ ਗ੍ਰੰਥ ਸਾਹਿਬ ਹੈ ਨਾ। ਤੁਸੀਂ ਸਾਰੇ ਇਨਸਾਨ ਹੋ, ਇਨਸਾਨੀਅਤ ਤੋਂ ਉੱਤੇ ਕੋਈ ਧਰਮ ਨਹੀਂ ਹੁੰਦਾ। ਜੇ ਤੁਸੀਂ ਚੰਗੇ ਇਨਸਾਨ ਹੋ ਤਾਂ ਤੁਸੀਂ ਧਰਮ ਦੇ ਆਉਣ ਦੇ ਵਿੱਚ ਕਾਬਲ ਹੋ। ਦੈਟਸ ਵਾਟ ਆਈ ਥਿੰਕ। ਸੁਨੀਲ ਜੀ, ਕੀ ਇੰਡਸਟਰੀ ਨਹੀਂ ਬੋਲ ਰਹੀ? ਕੀ ਲੱਗਦਾ ਵੀ ਵਜ੍ਹਾ ਕੀ ਹੈ ਪਿੱਛੇ? ਵੇਖੋ ਜੀ, ਮੈਨੂੰ ਨਹੀਂ ਪਤਾ ਕੀ ਵਜ੍ਹਾ ਆ, ਔਰ ਮੇਰਾ ਜ਼ਮੀਰ ਜਾਗਦਾ ਆ, ਔਰ ਮੇਰੀ ਇਨਸਾਨੀਅਤ ਜਾਗਦੀ ਹੈ, ਔਰ ਮੈਂ ਸਹੀ ਲੋਕਾਂ ਦੀ ਸਪੋਰਟ ਇਸੇ ਤਰੀਕੇ ਨਾਲ ਕਰਦੀ ਰਹੂੰਗੀ। ਭਾਵੇਂ ਮੈਨੂੰ ਕੋਈ ਗਾਲਾਂ ਕੱਢੇ, ਭਾਵੇਂ ਮੈਨੂੰ ਕੋਈ ਟਰੋਲ ਕਰੇ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਮੈਂ ਜਵਾਬ ਦੇਣਾ ਹੈ ਉਸ ਅਕਾਲ ਪੁਰਖ ਨੂੰ, ਉਹ ਵਾਹਿਗੁਰੂ ਨੂੰ। ਮੈਂ ਕਿਸੇ ਨੂੰ ਜਵਾਬਦਾਇਕ ਨਹੀਂ ਹਾਂ। ਧੰਨਵਾਦ। ਇਹ ਸਨ ਸੋਨੀਆ ਜੀ, ਜਿਨ੍ਹਾਂ ਨੇ ਗੁਰਦਾਸ ਮਾਨ ਜੀ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਰਿਲੀਜੀਅਸ ਡੈਮੋਕ੍ਰੇਸੀ ਹੋਣੀ ਚਾਹੀਦੀ ਆ। ਜੇ ਧਾਰਮਿਕ ਤੌਰ 'ਤੇ ਜਿਸ ਗੁਰੂਆਂ ਨੇ ਸਾਰਿਆਂ ਨੂੰ ਆਜ਼ਾਦੀ ਦਿੱਤੀ ਹੈ, ਜੇ ਅੱਜ ਗੁਰਦਾਸ ਮਾਨ ਕਿਸੇ ਡੇਰੇ ਨੂੰ ਮੰਨਦਾ ਤਾਂ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਇਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਜੇ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ, ਉਹਦੇ ਪਿੱਛੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਉਸ ਡੇਰੇ ਨੂੰ ਮੰਨਣਾ ਪਿਆ ਆ। ਅਤੇ ਬਾਕੀ ਗੁਰਦਾਸ ਮਾਨ ਨੂੰ ਮਾफ़ੀ ਮੰਗਣੀ ਚਾਹੀਦੀ ਜਾਂ ਨਹੀਂ ਮੰਗਣੀ ਚਾਹੀਦੀ, ਇਹ 'ਤੇ ਵੀ ਜਿਹੜਾ ਸੋਚਣ ਦੀ ਲੋੜ ਆ। ਜੇ ਐਡੀ ਵੱਡੀ ਗਾਲ ਉਹਨਾਂ ਨੇ ਸਟੇਜ ਤੋਂ ਕੱਢੀ ਆ, ਤਾਂ ਲੱਗਦਾ ਕਿ ਵੀ ਜਿਵੇਂ ਬਹੁਤ ਵਿਦਵਾਨਾਂ ਦਾ ਮੰਨਣਾ ਕਿ ਜੇ ਉਹ ਇੱਕ ਸ਼ਬਦ ਕਹਿ ਦਿੰਦੇ, ਮਾफ़ੀ ਮੰਗ ਲੈਂਦੇ, ਤਾਂ ਮਸਲਾ ਨਿਬੜ ਸਕਦਾ ਸੀ। ਪਰ ਉਹ ਮਸਲਾ ਨਿਬੜਿਆ ਨਹੀਂ ਹੈ। ਗੱਲ ਅੱਗੇ ਵੱਧ ਰਹੀ ਆ, ਅਤੇ ਅੱਗੇ ਕਿੱਥੇ ਤੱਕ ਵੱਧਦੀ ਆ, ਅੱਗੇ ਕੀ ਜਿਹੜੇ ਇਸ 'ਤੇ ਚਰਚਾ ਹੁੰਦੀ, ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ।